ਸਤਿ ਸ਼੍ਰੀ ਅਕਾਲ, ਮੈਂ ਹਾਂ ਜੈਸਮਿਨ ਤੇ ਤੁਸੀਂ ਸੁਣ ਰਹੇ ਹੋ ਵੀਕਐਂਡ ਵਾਲਾ ਸ਼ੋਅ। ਤੇ ਅੱਜ ਵੀਕਐਂਡ ਵਾਲੇ ਸ਼ੋਅ 'ਚ ਮੇਰੇ ਨਾਲ ਜਿਹੜੇ ਸ਼ਖਸੀਅਤ ਨੇ ਉਹਨਾਂ ਨੂੰ ਇੱਕ ਲੰਬੀ ਚੌੜੀ ਇੰਟਰੋਡਕਸ਼ਨ ਦੀ ਲੋੜ ਨਹੀਂ ਹੈਗੀ, ਉਹਦੇ ਮੁਹਤਾਜ ਨਹੀਂ ਹੈਗੇ। ਇਹ ਨਾ ਹੀ ਕਾਫੀ ਹੈ। KS ਮੱਖਣ ਗਾਇਕ, ਪੰਜਾਬੀ ਗਾਇਕ, ਮੰਨੇ ਪਰਮੰਨੇ ਗਾਇਕ KS ਮੱਖਣ ਅੱਜ ਸਾਡੇ ਨਾਲ ਸਟੂਡੀਓ ਵਿੱਚ ਨੇ। ਅਤੇ ਜਿੱਦਾਂ ਹੀ ਕੈਮਰਾ ਇਹਨਾਂ 'ਤੇ ਪੈਨ ਹੋਊਗਾ ਤੁਸੀਂ ਵੇਖੋਗੇ ਕਿ ਅੱਜ ਜਿਹੜੇ KS ਮੱਖਣ ਦਿਸ ਰਹੇ ਨੇ ਨਾ ਲੁੱਕ, ਇਹ ਮੈਨੂੰ ਇਹਨਾਂ ਦੀ 20 ਸਾਲ ਪੁਰਾਣੀ ਜਿਹੜੀ ਲੁੱਕ ਸੀ ਨਾ ਉਹ ਯਾਦ ਦਿਵਾਉਂਦੀ ਹੈ, ਜਦੋਂ ਕੁੜੀਆਂ ਇਹਨਾਂ 'ਤੇ ਮਰਦੀਆਂ ਹੁੰਦੀਆਂ ਸੀ। ਬੜੇ ਰੈਸਲਿੰਗ ਵਾਲੇ ਸਟਾਈਲ ਇਹਨਾਂ ਦਾ ਹੁੰਦਾ ਸੀ, ਬੜੇ ਡੋਲੇ ਸ਼ੋਲੇ ਬਣਾ ਕੇ ਰੱਖੇ ਹੁੰਦੇ ਸੀ ਅਤੇ ਅੱਜ ਵੀ ਉੱਦਾਂ ਦੇ ਨੇ। ਸਭ ਤੋਂ ਪਹਿਲੇ ਇਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ KS ਮੱਖਣ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਕਐਂਡ ਵਾਲੇ ਸ਼ੋਅ 'ਚ। ਹਾਂਜੀ ਜੈਸਮੀਨ ਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਕਨੈਕਟ FM ਦੇ ਸਾਰੇ ਹੀ ਦੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਇੱਕ ਗੱਲ ਤਾਂ ਅੱਜ ਤੁਸੀਂ ਦੱਸੋ, ਮੈਨੂੰ ਤੁਹਾਨੂੰ ਦੇਖਦੇ ਸਾਰ ਐਂ ਲੱਗਿਆ ਵੀ ਮੈਂ ਜਿਹੜਾ YouTube 'ਤੇ ਦੇਖਦੀ ਰਹੀ ਹਾਂ ਨਾ KS ਮੱਖਣ, ਆਪਣਾ ਬਹੁਤ ਪੁਰਾਣੇ ਟਾਈਮ ਦਾ, 20 ਸਾਲ ਪੁਰਾਣਾ, ਉੱਦਾਂ ਦੀ ਲੁੱਕ ਮੈਨੂੰ ਅੱਜ ਲੱਗ ਰਹੀ ਹੈ। ਤੁਹਾਨੂੰ ਆਪ ਨੂੰ ਕਿੱਦਾਂ ਲੱਗ ਰਿਹਾ ਅੱਜ? ਬਹੁਤ ਵਧੀਆ ਲੱਗਦਾ ਜੀ। ਜਦੋਂ ਵੀ ਕੋਈ ਬੰਦਾ ਆਪਣੇ ਆਪ ਨੂੰ ਦੇਖਦਾ ਉਹਨੂੰ ਵਧੀਆ ਹੀ ਲੱਗਦਾ ਹੁੰਦਾ, ਜਿੱਦਾਂ ਦਾ ਵੀ ਮਰਜ਼ੀ ਹੋਵੇ। ਅਤੇ ਮੈਨੂੰ ਵੀ ਬਹੁਤ ਵਧੀਆ ਲੱਗਦਾ ਜੀ। ਹਾਂ, ਸੋ ਇਹ ਨਵੀਂ ਲੁੱਕ ਪਸੰਦ ਕਰ ਰਹੇ ਨੇ ਸਾਰੇ ਜਣੇ ਹੌਲੀ ਹੌਲੀ? ਮੈਨੂੰ ਲੱਗਦਾ ਹਾਂਜੀ ਹਾਂਜੀ, ਜਿਹੜੇ ਹੁਣ ਆਪਣੇ ਪਿਆਰੇ ਆ, ਸੱਜਣ ਆ, ਉਹਨਾਂ ਨੂੰ ਤਾਂ ਬਹੁਤ ਵਧੀਆ ਹੋ ਸਕਦਾ, ਕਈਆਂ ਨੂੰ ਨਹੀਂ ਵੀ ਲੱਗਦੀ ਹੋਣੀ। ਅਤੇ ਚਲੋ ਉਹ ਵੀ ਗੁੱਡ ਲੱਕ ਉਹਨਾਂ ਲਈ ਵੀ। ਹਾਂਜੀ, ਅਤੇ ਕਿੰਤੂ ਪਰੰਤੂ ਹੁੰਦੇ ਰਹਿੰਦੇ ਇਸ ਲੁੱਕ 'ਤੇ। ਹਾਂ, ਇਹ ਤਾਂ ਤੁਸੀਂ ਬਹੁਤ ਦੇਖੇ ਨੇ, ਕਿੰਤੂ ਪਰੰਤੂ ਤਾਂ ਤੁਸੀਂ ਵਾਲੇ ਦੇਖੇ ਹੋਏ ਨੇ। ਹਾਂਜੀ ਹਾਂਜੀ, ਹੁਣ ਤਾਂ ਇਹ ਆ ਵੀ ਆ ਗਿਆ ਆ ਗਿਆ ਆ ਗਿਆ। ਤੇ ਜੇ ਆ ਗਿਆ ਆ ਗਿਆ ਆ ਗਿਆ ਤੇ ਫਿਰ ਕੀ ਲੈ ਕੇ ਆ ਰਹੇ ਹੋ ਹੁਣ ਇਸ ਨਵੀਂ ਲੁੱਕ ਦੇ ਨਾਲ? ਕੀ ਮਹਾਰਾਜ ਨੇ ਡਿਊਟੀ ਲਾਈ ਹੈ ਜੀ, ਦੇਖੋ ਉਹਦੇ ਵਿੱਚ ਹੀ ਮੈਂ ਹੋ ਗਿਆ, ਕਿਉਂਕਿ ਦੇਖੋ ਕਿਹੜਾ ਤੁਹਾਡਾ ਕਰਮ ਹੁੰਦਾ ਜੀ, ਉੱਤੋਂ ਡਿਊਟੀਆਂ ਲੱਗ ਕੇ ਆਉਂਦੀਆਂ। ਜੇ ਆਪਾਂ ਮੰਨੀਏ ਆਪਣੇ ਕਲਚਰ ਦੇ ਵਿੱਚ ਮੰਨਦੇ ਆਪਾਂ ਨਾ ਜੀ, ਜਾਂ ਜੋ ਵੀ ਸਿਆਣੇ ਦੱਸਦੇ ਆ ਵੀ ਇਹਦੇ ਕਰਮ ਆ ਅਤੇ ਚੰਗਾ ਮਾੜਾ ਜੋ ਵੀ। ਸੋ ਮੇਰੀ ਡਿਊਟੀ ਇੱਧਰ ਮਿਊਜ਼ਿਕ ਨੂੰ ਲੱਗੀ ਸੀ ਅਤੇ ਮੈਂ ਸਮਝਦਾ ਕਿ ਮੈਨੂੰ ਇਹਦੇ ਵਿੱਚ ਹੀ ਰਹਿਣਾ ਚਾਹੀਦਾ, ਬਾਹਲੇ ਬਾਹਰ ਨੂੰ ਹੱਥ ਪੈਰ ਨਹੀਂ ਮਾਰਨੇ ਚਾਹੀਦੇ। ਮੈਨੂੰ ਪਤਾ ਤੁਸੀਂ ਨਵੇਂ ਗੀਤਾਂ ਦੇ ਨਾਲ ਆ ਰਹੇ ਹੋ, ਸਾਰਾ ਕੁਛ, ਪਰ ਤੁਸੀਂ ਕਹਿ ਰਹੇ ਹੋ ਨਾ ਵੀ ਡਿਊਟੀ ਰੱਬ ਨੇ ਗਾਉਣ ਨੂੰ ਲਾਈ ਸੀ। ਤੁਸੀਂ ਆਪਾਂ ਬੰਦਾ ਹਰ ਪਾਸੇ ਹੱਥ ਪੈਰ ਜ਼ਰੂਰ ਮਾਰਦਾ, ਆਪਣੇ ਆਪ ਨੂੰ ਲੱਭਣ ਦੀ ਕੋਸ਼ਿਸ਼ ਕਰਦਾ। ਮੈਨੂੰ ਪਤਾ ਹੈ ਵੀ ਇੱਕ ਦੌਰ 'ਚ ਤੁਸੀਂ ਜਦੋਂ ਆਪਣੇ ਆਪ ਨੂੰ ਲੱਭ ਰਹੇ ਸੀ, ਹੈ ਨਾ, ਪਰਮਾਤਮਾ ਮੂਹਰੇ ਤੁਸੀਂ ਹੱਥ ਜੋੜ ਕੇ ਫਿਰ ਅੰਮ੍ਰਿਤ ਛਕਿਆ, ਸਾਰਾ ਕੁਛ ਵੀ ਪਰਮਾਤਮਾ ਨੂੰ ਲੱਭ ਰਹੇ ਸੀ। ਲੱਭਣ ਦੀ ਖੋਜ ਹੀ ਹੁੰਦੀ ਹੈ। ਮੈਂ ਇਹ ਜ਼ਰੂਰ ਪੁੱਛਣਾ ਚਾਹਾਂਗੀ ਕਿ ਇਹ ਉਹ ਟਾਈਮ ਹੁੰਦਾ ਜਦੋਂ ਬੰਦੇ ਦੀ ਆਪ ਦੀ ਜਰਨੀ ਹੁੰਦੀ ਹੈ ਨਾ, ਵੀ ਮੈਂ ਆਪਣੇ ਆਪ ਨੂੰ ਲੱਭਣ ਚੱਲਣਾ, ਪਰਮਾਤਮਾ ਨਾਲ ਜੋੜਨ ਚੱਲਣਾ। ਕੀ ਗੱਲ ਹੋਈ, ਲੋਕਾਂ ਨੇ ਪਰਮਾਤਮਾ ਨਾਲ ਜੁੜਨ ਨਹੀਂ ਦਿੱਤਾ? ਨਹੀਂ ਨਹੀਂ ਨਹੀਂ, ਇਹ ਇੱਦਾਂ ਨਹੀਂ ਹੋਇਆ ਮੈਂ ਕਹਿ ਸਕਦਾ, ਕਿਉਂਕਿ ਔਰ ਮੈਂ ਪਰਮਾਤਮਾ ਨਾਲ ਜੁੜਿਆ ਹੀ ਹਾਂ, ਉਹਦਾ ਹੀ ਓਟ ਆਸਰਾ ਲੈ ਕੇ ਸਵੇਰ ਨੂੰ ਜੀ। ਇਹ ਤਾਂ ਤੁਹਾਨੂੰ ਵੀ ਪਤਾ, ਤੁਸੀਂ ਸੁਣਿਆ ਹੋਣਾ, ਜੇ ਚੋਰ ਚੋਰੀ ਕਰਨ ਵੀ ਜਾਂਦਾ ਤਾਂ ਵੀ ਰੱਬ ਦਾ ਨਾਂ ਲੈ ਕੇ ਜਾਂਦਾ ਹੈ। ਬਿਲਕੁਲ। ਅਤੇ ਆਪਾਂ ਤਾਂ ਚਲੋ ਫਿਰ ਵੀ ਲੋਕਾਂ ਦਾ ਐਂਟਰਟੇਨਮੈਂਟ ਕਰਨ ਲਈ ਤੁਰਨਾ ਹੁੰਦਾ, ਜਾਂ ਰਿਕਾਰਡਿੰਗ ਆ, ਜਾਂ ਵੀਡੀਓ ਆ, ਜਾਂ ਸਟੇਜ ਸ਼ੋਅ ਹੈਗਾ, ਲਾਈਵ ਪਰਫੋਰਮੈਂਸ, ਅਤੇ ਮਹਾਰਾਜ ਦਾ ਨਾਂ ਲੈ ਕੇ ਤੁਰੀ ਦਾ ਜੀ। ਅਤੇ ਬਾਕੀ ਕਹਿਣ ਵਾਲਿਆਂ ਨੇ ਤਾਂ ਕਹੀ ਜਾਣਾ ਹੁੰਦਾ, ਅਤੇ ਸੜਦਿਆਂ ਨੂੰ ਸੜਨ ਦਿਓ, ਪਾਓ ਭੰਗੜੇ ਕਰੋ ਦਿਲ ਰਾਜੀ। ਆਪਾਂ ਤਾਂ ਉਹ ਬੰਦੇ ਹਾਂ, ਕਿਉਂਕਿ ਆਪਾਂ ਪੰਜਾਬੀ ਹਾਂ ਜੀ, ਅਤੇ ਮੈਂ ਪੰਜਾਬੀ ਹਾਂ। ਮੈਂ ਪੰਜਾਬ ਦੇ ਹਿਸਾਬ ਨਾਲ, ਪੰਜਾਬ ਦੇ ਸੁਭਾਅ ਨਾਲ ਚੱਲਦਾ ਕਿ ਮੇਰੀ ਜ਼ਿੰਦਗੀ ਆ, ਮੈਂ ਜੇ ਗਲਤ ਕਰਦਾ ਹਾਂ ਤਾਂ ਮੈਨੂੰ ਨਾ ਸੁਣੇ ਜੀ, ਜਿਹਨੇ ਨਹੀਂ ਸੁਣਨਾ ਉਹ ਨਾ ਸੁਣੇ, ਅਤੇ ਜਿਹਨੂੰ ਮੈਂ ਚੰਗਾ ਲੱਗਦਾ ਉਹ ਸੁਣ ਰਹੇ ਆ ਅਤੇ ਮੈਨੂੰ ਐਪਰੀਸ਼ੀਏਟ ਵੀ ਕਰਦੇ ਆ। ਅਤੇ ਫਿਰ ਮੈਂ ਸੋਚਿਆ, ਮੈਂ ਕਿਹਾ ਵੀ ਜੇ ਤੁਹਾਡੇ 'ਤੇ ਕੋਈ ਤੁਹਾਨੂੰ ਬਿਨਾਂ ਵਜ੍ਹਾ ਕੋਈ ਕੁਛ ਕਹਿੰਦਾ ਅਤੇ ਉਹ ਖੁਸ਼ ਹੋ ਜਾਣ, ਜੇ ਮੇਰੀ ਇਹ ਚੀਜ਼ ਨਹੀਂ ਖੁਸ਼ ਅਤੇ ਮੈਂ ਬਿਨਾਂ ਵਜ੍ਹਾ ਕਹਾਉਣ ਵਾਲਾ ਨਹੀਂ ਗਾ। ਮੈਂ ਮਰ ਤਾਂ ਸਕਦਾ ਪਰ ਮੈਂ ਕਹਾ ਨਹੀਂ ਸਕਦਾ। ਜੇ ਮੈਂ ਗਲਤੀ ਕੀਤੀ ਤਾਂ ਮੈਂ ਉਹ ਰਾਈਟ ਵੇ, ਮੈਨੂੰ ਜਾਣੇ 'ਚ ਮੇਰੇ ਤੋਂ ਕੋਈ ਗਲਤੀ ਹੋ ਜਾਵੇ, ਮੈਂ ਉਹਦੀ, ਮੇਰੇ ਸਾਰੇ ਜਾਣਨ ਵਾਲਿਆਂ ਨੂੰ ਪਤਾ, ਮੈਂ ਰਾਈਟ ਵੇ ਸੌਰੀ ਅਪੋਲੋਜਾਈਜ਼ ਕਰ ਲੈਣਾ ਜੀ। ਅਤੇ ਜੇ ਬਿਨਾਂ ਵਜ੍ਹਾ ਕਵੇ ਫਿਰ ਮੈਂ ਵੀ ਪੰਜਾਬੀ ਹਾਂ ਅਤੇ ਫਿਰ ਆਪਣੀ ਅੜੀ 'ਤੇ ਆ। ਪਰ ਬਾਜੀ ਕਦੀ ਇੱਦਾਂ ਹੋਇਆ ਵੀ ਨਿਰਾਸ਼ਾ ਹੋ ਗਈ ਇਸ ਗੱਲ ਤੋਂ? ਮੈਨੂੰ ਆਏ ਵੀ ਕਈ ਵਾਰ ਹੁੰਦਾ ਨਾ, ਜੇ ਮੈਂ ਵੀ ਕੁਛ ਇੱਦਾਂ ਦਾ ਕਰਨ ਚੱਲੀ ਜਿਸ 'ਚ ਮੈਂ ਯਕੀਨ ਕਰਦੀ ਹਾਂ। ਹਾਂਜੀ, ਨਿਰਾਸ਼ਾ ਤਾਂ ਮੈਨੂੰ ਬਹੁਤ ਵੱਡੀ ਹੋਈ ਹੈ ਜੀ। ਜੇ ਮੈਂ ਹੁਣ ਗੁਰੂ ਮਹਾਰਾਜ ਵਾਲੇ ਪਾਸੇ ਲੱਗਾ ਪਾ, ਇਹ ਗੱਲ ਕਰਨੀ ਨਹੀਂ ਚਾਹੁੰਦਾ, ਪਰ ਹੁਣ ਮੈਂ ਕਹਿੰਦਾ ਵੀ ਕਰਨੀ ਵੀ ਚਾਹੀਦੀ ਆ, ਕਿਉਂਕਿ ਮੈਨੂੰ ਆਪਣਾ ਵੀ ਪੱਖ ਹੁੰਦਾ ਵੀ ਤੁਹਾਡੇ ਦਿਲ ਦੀ ਕਿਹੜੀ ਗੱਲ ਆ। ਅਤੇ ਮੇਰੇ ਦਿਲ ਦੀ ਤਾਂ ਗੱਲ ਇਹ ਬਚਣੀ ਕਿ ਚਲੋ ਮੈਨੂੰ ਕੋਈ ਕਹਿ ਲਵੇ, ਪਿੱਛੇ ਤੁਹਾਡੇ ਨਾਲ ਹੋਰ ਬਹੁਤ ਲੋਕ ਜੁੜੇ ਹੁੰਦੇ ਆ, ਤੁਹਾਡਾ ਪਰਿਵਾਰ ਜੁੜਿਆ ਹੁੰਦਾ, ਤੁਹਾਡੇ ਬ੍ਰਦਰ ਸਿਸਟਰ ਮਮ ਡੈਡ, ਕੋਈ ਹੋਰ ਰਿਲੇਟਿਵ ਜਾਂ ਬੱਚੇ ਆ, ਕਿੰਨਾ ਉਹਦੇ ਵਿੱਚ ਦੀ ਸੈਕਰੀਫਾਈਸ ਕਰਨਾ ਪੈਂਦਾ ਤੁਹਾਨੂੰ, ਜਦੋਂ ਤੁਹਾਨੂੰ ਵਿਦਆਊਟ ਰੀਜ਼ਨ ਕੋਈ ਗੱਲ ਕਵੇ। ਜੇ ਤਾਂ ਹੁਣ ਪਰਿਵਾਰ ਨੂੰ ਪਤਾ ਹੋਵੇ ਵੀ ਸਾਡਾ ਬੰਦਾ ਯਾਰ ਗਲਤ ਆ, ਹੈ ਨਾ, ਫਿਰ ਤਾਂ ਹੋਰ ਗੱਲ ਹੈਗੀ ਆ। ਪਰ ਜੇ ਤੁਸੀਂ ਗਲਤ ਨਹੀਂ, ਤੁਸੀਂ ਆਪਣੇ ਮਾਰਗ 'ਤੇ ਤੁਰੇ ਜਾਂਦੇ ਆ, ਟਰੈਕ ਤੁਹਾਨੂੰ ਇੱਧਰੋਂ ਦੀ ਆ ਕੇ ਕੋਈ ਇੱਧਰੋਂ ਦੀ ਛੇੜੇ, ਅਤੇ ਫਿਰ ਕੀ ਕਹਿੰਦੇ ਹੁੰਦੇ ਆ ਬਈ
ਮਾੜਾ ਮੋਟਾ ਉਹਦਾ ਆਨਸਰ ਤਾਂ ਕਰਨਾ ਬਣਦਾ, ਨਹੀਂ ਤਾਂ ਅਗਲੇ ਇਹ ਵੀ ਸੋਚਦੇ ਜੇ ਤੁਸੀਂ ਆਨਸਰ ਨਹੀਂ ਕਰਦੇ ਫਿਰ ਅਗਲੇ ਇਹ ਸੋਚਦੇ ਵੀ ਖਾਲੀ ਗਲਤ ਹੀ ਹੋਣਾ ਜਿਹੜਾ ਬੋਲਦਾ ਨਹੀਂ। ਤੇ ਆਪਾਂ ਨਹੀਂ ਕਦੀ ਜਿੱਥੇ ਗਲਤ ਆ ਉੱਥੇ ਮੇਰਾ ਕਹਿਣਾ ਮਤਲਬ ਜਦੋਂ ਹੁਣ ਆ ਭਾਣਾ ਵੀ ਵਰਤਿਆ ਉੱਥੇ ਵੀ ਮੈਂ ਕਈਆਂ ਲੋਕਾਂ ਨੂੰ ਪੁੱਛਿਆ, ਮੈਂ ਕਿਹਾ ਯਾਰ ਟੇਬਲ ਕਾਹਦੇ ਵਾਸਤੇ ਬਣਿਆ? ਜੇ ਮੈਂ ਗਲਤ ਆ, ਮੈਂ ਸਹੀ ਮੰਨ ਲਓ ਮੈਂ ਗਲਤੀ ਕਰ ਲਈ ਹੈ ਤੇ ਮੈਨੂੰ ਕੋਈ ਸਮਝਾਉਣ ਲਈ ਕੋਈ ਬੰਦਾ ਕਵੇ ਉਹ ਤੁਸੀਂ ਚੱਕ ਕੇ ਪੋਸਟਾਂ ਉਹਨਾਂ ਨੂੰ ਰੋਕੋ ਨਾ, ਉਹਨਾਂ ਨੂੰ ਟਾਈਮ ਚਾਹੀਦਾ। ਜੇ ਮੈਂ ਵਾਰ-ਵਾਰ ਗਲਤੀ ਕਰਦਾ ਫੇਰ ਤਾਂ ਮੈਂ ਗਲਤ ਆ। ਜੇ ਮੇਰੇ ਕੋਲ ਜਾਣੇ ਅਣਜਾਣੇ ਹੋ ਗਈ, ਜਾਣ ਕੇ ਵੀ ਮੈਂ ਕਰ ਲਈ ਮੰਨ ਲਓ, ਪਰ ਘੱਟੋ ਘੱਟ ਮੈਨੂੰ ਕੋਈ ਸਮਝਾਵੇ ਸੀ ਵੀ ਬਹਿ ਜਾ ਤੂੰ, ਮੈਂ ਕਿਹੜਾ ਵੀ ਉੱਤੋਂ ਡਿੱਗਿਆ ਹੈਗਾ, ਮੈਂ ਵੀ ਤਾਂ ਦੁਨੀਆ 'ਚੋਂ ਮੇਰੇ ਤੋਂ ਵੀ ਗਲਤੀ ਹੋ ਸਕਦੀ ਹੈ। ਮੈਂ ਤਾਂ ਆਪਣੀ ਕਹਿੰਦਾ ਗੱਲ, ਕਿਸੇ ਨੂੰ ਨਹੀਂ ਮੈਂ ਕਹਿੰਦਾ। ਮੈਂ ਕਹਿੰਦਾ ਚੱਲ ਜੇ ਕਿਸੇ ਕੋਲ ਗਲਤੀ ਹੋਈ ਉਹਨੂੰ ਭਾਈ ਪੁੱਛ ਲਓ, ਤੇ ਤੁਸੀਂ ਐਡਾ ਵੱਡਾ ਬਲੇਮ ਦੇ ਦੇਣਾ ਜੀ ਇਹ। ਨਾਲੇ ਫਿਰ ਮੈਂ ਉਹ ਪਿਛਲੇ ਜਿੰਨੀਆਂ ਵੀ ਮੇਰੀਆਂ ਇੰਟਰਵਿਊਜ਼ ਹੋਈਆਂ ਉਹਨਾਂ ਦੇ ਵਿੱਚ ਕੰਜਰ, ਕੁੱਤੇ, ਬਿੱਲੇ ਇਦਾਂ ਦੇ ਸ਼ਬਦ ਤੁਹਾਡੇ ਨਾਲ ਇਦਾਂ। ਇੱਥੇ ਮੈਂ ਤੁਹਾਨੂੰ ਜ਼ਰੂਰ ਪੁੱਛਣਾ ਚਾਹੂੰਗੀ, ਜਦੋਂ ਤੁਸੀਂ ਇਹ ਗੱਲਾਂ ਕਰਦੇ ਹੋ ਮੈਨੂੰ ਇੱਕਦਮ ਖਿਆਲ ਆਉਂਦਾ ਪਰਿਵਾਰ ਵੀ ਤਾਂ ਜੁੜਿਆ ਤੁਹਾਡੇ ਨਾਲ, ਤੁਹਾਡੇ ਨਿਆਣੇ ਘਰ, ਉਹਨਾਂ ਲਈ ਕਿੱਦਾਂ ਦਾ ਰਿਹਾ ਹੋਊਗਾ ਇਹ? ਉਹ ਸਮਾਂ ਸਾਡੇ ਲਈ ਬਹੁਤ ਹਾਰਡ ਸੀਗਾ, ਤੇ ਮੇਰੇ ਪਰਿਵਾਰ ਲਈ, ਮੇਰੇ ਬੱਚਿਆਂ ਲਈ, ਮੇਰੇ ਸੱਜਣਾ ਮਿੱਤਰਾਂ ਲਈ, ਮੇਰੇ ਦੋਸਤ ਵੀ ਸੀਗੇ ਉਹਦੇ ਵਿੱਚ। ਆਈ ਕੈਂਟ ਐਕਸਪਲੇਨ, ਬਟ ਮੈਂ ਤਾਂ ਚਾਹੁੰਦਾ ਆਪਾਂ ਇਹ ਮੁੱਦਾ ਹੀ ਨਾ ਛੇੜੀਏ, ਕਿਉਂਕਿ ਮੈਂ ਸੌਰੀ ਹਾਂ ਇਹਦੇ ਲਈ। ਜੀ ਮੈਂ ਬਿਲਕੁਲ ਸਮਝ ਸਕਦੀ ਹਾਂ, ਇੱਕ ਬਹੁਤ ਔਖਾ ਹੁੰਦਾ ਇੱਕ ਪਰਿਵਾਰ ਨਹੀਂ, ਤੁਸੀਂ ਇੰਨਾ ਸਮਾਂ ਇਹ ਸਾਰਾ ਕੁਛ ਨਾਲ ਚੱਲਿਆ। ਪਰ ਗੱਲ ਭਾਜੀ ਗੱਲ ਇਹ ਵੀ ਹੈ, ਇਹ ਮੁੱਕਿਆ ਨਹੀਂ ਸਾਰਾ ਕੁਛ, ਇਹ ਚੱਲਦਾ ਹੀ ਰਿਹਾ। ਇਹ ਉਹ ਦੌਰ ਕਿੰਨਾ ਕੁ ਔਖਾ, ਇਹ ਹਟਿਆ ਤੇ ਕੋਈ ਹੋਰ ਇਲਜ਼ਾਮ ਲੱਗ ਗਏ, ਕੋਈ ਵੀ ਨਸ਼ਿਆਂ ਦਾ ਕਾਰੋਬਾਰ ਕਰਦੇ। ਇੱਕ ਸਿੰਗਰ ਜਿਹੜਾ ਹੈਲਥ ਲਈ ਇੰਨਾ ਕੁਛ ਬੋਲਦਾ ਆ, ਪ੍ਰਮੋਟ ਕਰਦਾ, ਜਿਮ ਪ੍ਰਮੋਟ ਕਰਦਾ, ਫਿਟਨੈਸ ਪ੍ਰਮੋਟ ਕਰਦਾ, ਯੂਥ ਨੂੰ ਕਹਿੰਦਾ ਅੱਗੇ ਆਓ ਜਿਮ 'ਚ ਜਾਓ, ਹੈ ਨਾ, ਉਹਦੇ ਉੱਤੇ ਇਹ ਇਲਜ਼ਾਮ ਲੱਗੇ। ਤੁਹਾਨੂੰ ਸਹਿਣਾ, ਪਰਿਵਾਰ ਨੂੰ ਸਹਿਣਾ, ਇਹ ਖਤਮ ਹੀ ਨਹੀਂ ਹੋ ਰਿਹਾ ਸੀ ਸਿਲਸਿਲਾ। ਇਹ ਕਿੱਦਾਂ ਦਾ ਰਿਹਾ? ਹਾਂਜੀ, ਇਹ ਬਸ ਸਾਰਾ ਕੁਛ ਇਹੀ ਮੈਂ ਸੋਚਦਾ ਵੀ ਚਲੋ ਇਹ ਵੀ ਜ਼ਿੰਦਗੀ ਦੇ ਨਾਲ ਇਹ ਸਾਰਾ ਕੁਛ ਚੱਲ ਰਿਹਾ। ਤੇ ਜਿਹੜੇ ਬਲੇਮ ਆ, ਜੇ ਆਪਾਂ ਸਹੀ ਆ ਤੇ ਤਾਂ ਹੀ ਆਪਾਂ ਅੱਜ ਤੁਹਾਡੇ ਸਾਹਮਣੇ ਬੈਠੇ, ਨਹੀਂ ਤਾਂ ਜੇਲ੍ਹ ਹੁੰਦੀ ਆ। ਕਿਉਂਕਿ ਆਪਾਂ ਸੱਚੇ ਸੀ, ਰੱਬ ਤਾਂ ਉੱਤੇ ਦੇਖਦਾ, ਆਪਣਾ ਬੜਾ ਵਿਸ਼ਵਾਸ ਆ। ਅੱਜ ਵੀ ਮੈਂ ਸਵੇਰੇ, ਚਲੋ ਇਹ ਕਿਸੇ ਨੂੰ ਸੁਣਾਉਣ ਵਾਲੀ ਗੱਲ, ਕਹਿਣ ਵਾਲੀ ਗੱਲ ਨਹੀਂ, ਮੈਂ ਰੱਬ ਦਾ ਨਾਂ ਲੈ ਕੇ ਉੱਠਦੇ ਸਾਰੇ ਪਹਿਲਾਂ ਮੈਂ ਜਪਜੀ ਸਾਹਿਬ ਦਾ ਪਾਠ ਜਿਹੜਾ ਜ਼ਰੂਰੀ ਹੈ, ਜਾਣੀ ਕਿ ਜੇ ਤੋਂ ਬਿਨਾਂ ਮੈਂ ਸੋਚਦਾ ਵੀ ਮੈਂ ਘੇ ਦਾ ਘੜਾ ਰੁੜ ਜਾਵੇ, ਮੈਂ ਤੁਰ ਹੀ ਨਹੀਂ ਸਕਦਾ। ਤੇ ਮੈਂ ਜਾਂ ਆਪ ਕਰਨਾ ਜਾਂ ਮੈਂ ਸੁਣਨਾ ਆਪਣੇ ਘਰ TV ਅਰਲੀ ਉੱਠ ਕੇ ਲਾਉਣਾ, ਕਿਉਂਕਿ ਘਰ ਦੀ ਇਨਵਾਇਰਮੈਂਟ, ਕਿਉਂਕਿ ਆਪਾਂ ਉਹਦੇ ਵਿੱਚ ਆ। ਤੇ ਕਈ ਵਾਰੀ ਹੁਣ ਇਹ ਇਸ਼ੂ ਬਣਦੇ ਆ ਪੰਜਾਬੀ ਦੇ, ਸਿੱਖੀ ਦੇ, ਹੋਰ ਧਰਮਾਂ ਦੇ, ਉਹ ਬਹੁਤ ਗੱਲਾਂ ਜਿਹੜੀਆਂ ਹੈਗੀਆਂ ਉਹ ਛੋਟੀਆਂ ਆ, ਕਿਉਂਕਿ ਸਾਨੂੰ ਪਤਾ ਵੀ ਸਾਡਾ ਗੁਰੂ ਗ੍ਰੰਥ ਸਾਹਿਬ ਆ, ਅਸੀਂ ਉਹਦਾ ਨਾਂ ਓਟ ਆਸਰਾ ਲੈ ਕੇ, ਉਹ 10 ਗੁਰੂਆਂ ਦੀ ਜੋਤ, ਜਿੰਦੀ ਜਾਗਦੀ ਜੋਤ ਆ, ਸ਼ਬਦ ਗੁਰੂ ਆ, ਆਪਾਂ ਉਹਦੇ ਨਾਲ ਜੁੜੇ। ਤੇ ਬਾਕੀ ਮੈਂ ਬੜਾ ਕਲੀਅਰ ਕੱਟ ਕਹਿੰਦਾ ਵੀ ਕੁੱਤੇ ਭੌਂਕਦੇ ਭੌਂਕੀ ਜਾਣ, ਜਿਹਨੇ ਕੁਛ ਕਹਿਣਾ ਆਪਾਂ ਉਸ ਉਧਰ ਨੂੰ ਵੀ ਤੁਰ ਪਈਦਾ ਫਿਰ, ਕਿਉਂਕਿ ਕਿਸੇ ਦੇ ਕੋਲ ਮੈਨੂੰ ਕਿਸੇ ਨੂੰ ਮਾੜਾ ਕਹਿਣ ਦਾ ਹੱਕ ਨਹੀਂ ਗਾ। ਹਾਂ, ਜੇ ਬੰਦਾ ਮਾੜਾ ਕਹਿ ਰਿਹਾ, ਕੋਈ ਸੁਸਾਇਟੀ ਆ, ਸਾਡੀ ਕਮਿਊਨਿਟੀ ਆ, ਇਕੱਠੇ ਹੋ ਕੇ 4 ਭਰਾ ਪੁੱਛਣ ਵੀ ਭਾਈ ਤੂੰ ਗਲਤੀ ਕਰ ਰਿਹਾ, ਫਿਰ ਤਾਂ ਗੱਲ ਮੰਨੀ ਜਾ ਸਕਦੀ। ਹੁਣ ਐਵੇਂ ਫੇਸਬੁੱਕ ਤੇ ਤੁਹਾਨੂੰ ਨਿੰਦ ਦੇਣਾ, ਪਰਿਵਾਰ ਤੇ ਉਹੀ ਗੱਲ ਬਾਰ-ਬਾਰ ਆਉਂਦੀ ਵੀ ਪਰਿਵਾਰ ਤੇ ਕਿੰਨਾ ਅਸਰ ਪੈਂਦਾ। ਅੱਛਾ, ਜਦੋਂ ਇਹ ਸਾਰਾ ਮਾਹੌਲ ਚੱਲ ਰਿਹਾ ਸੀ, ਇੰਡਸਟਰੀ 'ਚੋਂ ਕਿੰਨਾ ਕੁ ਸਪੋਰਟ ਰਿਹਾ? ਕਦੇ ਏਦਾਂ ਲੱਗਿਆ? ਬੜਾ ਸ਼ਾਰਟਲੀ ਤੁਹਾਨੂੰ ਇੰਟਰਰਪਟ ਵੀ ਕਰਦਾ। ਇਹਦੇ ਵਿੱਚ ਦੇਖੋ, ਮੈਨੂੰ ਇਸ ਲਾਈਨ ਦੇ ਵਿੱਚੋਂ ਪਿਆਰ ਮਿਲਿਆ, ਮੈਨੂੰ ਨਾਮ ਮਿਲਿਆ। ਮੈਂ ਹੋ ਸਕਦਾ ਉਹ ਕੀ ਕਹਿੰਦੇ ਹੁੰਦੇ, ਗਲੀਆਂ ਦਾ ਰੂੜਾ ਕੂੜਾ, ਬੜੀ ਗਰੀਬੀ ਦੇਖੀ ਮੈਂ ਆਪਣੀ ਲਾਈਫ 'ਚ, ਉਹੀ ਰਹਿ ਜਾਂਦੇ। ਇਸ ਲਾਈਨ ਤੋਂ ਮੈਨੂੰ ਮਿਲਿਆ ਤੇ ਮੈਂ ਇਹਦੇ ਨਾਲ ਬਹੁਤ ਓਨੈਸਟ ਹਾਂ। ਜੇ ਮੇਰੀ ਕੋਈ ਸਪੋਰਟ ਨਹੀਂ ਵੀ ਕਰਦਾ, ਪਰ ਮੈਂ ਲਾਈਨ ਨੂੰ ਤਾਂ ਨਹੀਂ ਮਾੜੀ ਕਹਿ ਸਕਦਾ, ਕਿਉਂਕਿ ਜਿਹੜੀ ਫਸਲ ਆ ਉਹਦੇ ਵਿੱਚ ਕਾਂ ਗਿਹਾਰੀ ਤਾਂ ਹੁੰਦੀ ਆ। ਸਾਰੇ ਖੜਨ ਵਾਲੇ ਨਹੀਂ ਹੁੰਦੇ, ਸਾਰੇ ਤੁਹਾਡੇ ਇੱਦਾਂ ਵੀ ਨਹੀਂ ਹੁੰਦਾ ਵੀ ਭੱਜਣ ਵਾਲੇ ਵੀ ਨਹੀਂ ਹੁੰਦੇ। ਜੇ ਕੋਈ ਫਰੰਟ 'ਤੇ ਨਹੀਂ ਆ ਕੇ ਤੁਹਾਡੀ ਮਦਦ ਕਰ ਸਕਦਾ, ਇੰਟਰਨਲੀ ਕੋਈ ਤੁਹਾਨੂੰ ਤੁਹਾਡੇ ਨਾਲ ਸਿੰਪਥੀ ਕਰ ਲੈਂਦਾ, ਤੁਹਾਡੇ ਨਾਲ ਹੈਲੋ ਹਾਈ ਕਰ ਲੈਂਦਾ, ਚੱਲ ਕੋਈ ਨਹੀਂ ਯਾਰ, ਕੋਈ ਹੌਸਲਾ ਦੇਣ ਵਾਲਾ ਹੁੰਦਾ, ਕੋਈ ਫਰੰਟ 'ਤੇ ਆ ਕੇ ਦੇ ਦਿੰਦਾ, ਕੋਈ ਇੰਟਰਨਲੀ ਹੌਸਲਾ ਦੇ ਦਿੰਦਾ। ਸੋ ਇਹ ਲਾਈਨ ਨੂੰ ਮੈਂ ਸਦਾ ਹੀ ਪੂਜੂੰਗਾ ਹੀ, ਕਿਉਂਕਿ ਇਹਦੇ ਨਾਲ ਮੇਰਾ ਨਾਂ ਬਣਿਆ। ਇਸ ਪੂਰੇ ਮਾਹੌਲ ਨੇ ਤੁਹਾਨੂੰ ਬਿਲਕੁਲ ਬਦਲਿਆ ਨਹੀਂ? ਕੋਈ ਚੇਂਜ ਆਇਆ ਤੁਹਾਡੇ 'ਚ ਉਸ KS ਮੱਖਣ ਤੋਂ? ਤੇ ਹੁਣ ਜਿਹੜਾ ਇੰਨਾ ਕੁਝ ਦੇਖ ਲਿਆ, ਉਹੀ ਗੱਲ ਆਪਾਂ ਕਹਿੰਦੇ ਵੀ ਮੈਨੂੰ ਇਹ ਸੀ ਵੀ ਮੇਰੀ ਫੈਮਿਲੀ ਨੂੰ ਨਾ ਹਰਟ ਹੋਵੇ। ਕੋਈ ਵੀ ਨਹੀਂ ਚਾਹੁੰਦਾ ਹੁੰਦਾ ਬੰਦਾ, ਹਾਂ ਮੇਰੇ ਨਾਲ ਆ, ਮੇਰੇ ਨਾਲ ਕੋਈ ਨਾ ਕੋਈ ਧੱਕਾ ਮੈਨੂੰ ਕਹੀ ਜਾਵੇ ਜਿਹਨੇ ਕੁਛ ਕਹਿਣਾ। ਪਰ ਜੇ ਹੁਣ ਜਿਹੜਾ ਹੁਣ ਸੋਸ਼ਲ ਮੀਡੀਆ,
ਉੱਥੇ ਹੁਣ ਕੋਈ ਵੀ ਉਹ ਤੋਂ ਦੂਰ ਨਹੀਂ ਗਾ ਜੀ, ਕਿਉਂਕਿ ਜੋ ਤੁਹਾਨੂੰ ਕੋਈ ਕਹਿੰਦਾ ਆ, ਹੁਣ ਮੰਨ ਲਓ ਫੋਨ ਆ, ਮੈਨੂੰ ਫੋਨ ਤੇ ਕੋਈ ਕਿਸੇ ਨੇ ਕਹਿ ਦਿੱਤਾ, ਉਹਦਾ ਪਤਾ ਨਹੀਂ ਲੱਗਣਾ, ਮੈਨੂੰ ਹੀ ਪਤਾ। ਪਰ ਸੋਸ਼ਲ ਮੀਡੀਆ ਤੇ ਤਾਂ ਉਹ ਗੱਲ ਕੀ ਕਹਿੰਦੇ ਅੱਗ ਵਾਂਗੂ ਫੈਲ ਜਾਂਦੀ ਆ ਕਿ ਉੱਥੇ ਤੁਹਾਨੂੰ ਚੰਗਾ ਮਾੜਾ ਕਿਹਾ, ਨਾਲ ਦਿਆਂ ਨੂੰ ਵੀ, ਪਰਿਵਾਰ ਨੂੰ ਵੀ ਹਰਟ ਹੁੰਦਾ। ਤੇ ਫਿਰ ਆਪਾਂ ਇਦਾਂ ਦਾ ਰੱਖਿਆ ਨਹੀਂ ਵੀ ਆਪਾਂ ਮੋਹਰਿਓਂ ਕੋਈ ਵੀ ਮੈਂ ਜਿੱਥੇ ਮੇਰਾ ਦਿਲ ਕਰਦਾ ਫਿਰ ਕਹਿ ਵੀ ਲਈਦਾ। ਫਿਰ ਘਰੇ ਬੈਠ ਕੇ ਸਾਰਾ ਕੁਝ ਗੱਲਬਾਤ ਹੋ ਜਾਂਦੀ ਹੈ ਖੁੱਲੀ। ਹਾਂਜੀ, ਘਰ ਫਿਰ ਮੈਂ ਦੱਸਿਆ ਵੀ ਇਹ ਲਾਈਨ ਇਦਾਂ ਦੀ ਆ, ਦੇਖੋ ਆਪਾਂ ਨੂੰ ਘਰ ਬੈਠਿਆਂ ਕਿਸੇ ਨੇ ਦਾਣੇ ਨਹੀਂ ਦੇਣ ਆਉਣੇ। ਬਿਲਕੁਲ ਠੀਕ ਆ ਨਾ, ਇਹਦੇ ਵਿੱਚ ਚੰਗਾ ਮਾੜਾ ਸੁਣਨਾ ਪੈਣਾ ਆ। ਤੁਹਾਨੂੰ ਕਦੀ ਇਦਾਂ ਮਹਿਸੂਸ ਨਹੀਂ ਹੋਇਆ ਕਿ ਇੰਨੀ ਚੜਾਈ ਵੇਖੀ ਆ ਤੁਸੀਂ, ਮਤਲਬ ਜਿਹਨੂੰ ਕਹਿੰਦੇ ਨੇ ਟ੍ਰੈਂਡਿੰਗ 'ਚ ਰਹੇ ਤੁਹਾਡੇ ਗਾਣੇ, ਤੁਸੀਂ ਰਹੇ। ਕਈ ਵਾਰ ਫੈਨਸ ਕੀ ਕਰਦੇ ਹੁੰਦੇ ਨੇ ਵੀ ਮਾੜੀ ਜੀ ਕੋਈ ਗੱਲ ਵੀ ਹੋ ਜੇ ਨਾ, ਜਮਾ ਉਹ ਸਟਾਰ ਨੂੰ ਕਿੱਥੇ ਰੱਖਿਆ ਹੁੰਦਾ ਹੈ ਨਾ, ਤੇ ਉਹਨੂੰ ਮਿੰਟ ਨਹੀਂ ਲਾਉਂਦੇ ਥੱਲੇ ਸਿੱਟਣ 'ਚ। ਤੁਹਾਨੂੰ ਕਈ ਵਾਰ ਨਾਰਾਜ਼ਗੀ ਨਹੀਂ ਹੁੰਦੀ, ਇਹਨਾਂ ਲਈ ਮੈਂ ਗੀਤ ਗਾਉਣਾ ਆ, ਇਹਨਾਂ ਨੂੰ ਮੈਂ ਐਂਟਰਟੇਨ ਕਰਦਾ, ਇਹ ਮਿੰਟ ਨਹੀਂ ਲਾਉਂਦੇ ਥੱਲੇ ਲਾਉਣ? ਜੈਸਮੀਨ ਜੀ, ਇਹ ਬਹੁਤ ਮੇਰਾ ਵੱਡਾ ਭੁਲੇਖਾ ਨਿਕਲਿਆ। ਕੁਛ ਹੀ ਆ ਜਿਹੜੇ ਸੰਨ ਸੁਣਨ ਵਾਲੇ ਆ, ਇਹ ਸੰਨ ਭੁੱਜਣ ਵਾਲੇ ਜਿਹੜੇ ਨਾ, ਉਹ ਹੀ ਆ ਫੈਨ ਤਾਂ ਥਾਪੀਆਂ ਮਾਰਦੇ ਆ। ਮੈਂ ਗੀਤ ਦਾ ਨਾ ਸ਼ੁਰੂ ਕੀਤਾ ਤੇ ਹੁਣ ਏਡਾ ਮੇਰਾ ਉੱਤੇ ਫੋਨ ਜਾਂ ਹੋਰ ਮੇਰੇ ਜਿੰਨੇ ਵੀ ਹੈਗੇ ਵਿਊਜ਼ ਆਉਂਦੇ ਆ, ਜਿੱਧਰੋਂ ਵੀ ਕਿਤੇ ਮੈਸੇਜ ਪੈਂਦਾ ਤੇ ਲਾਈਨਾਂ ਲੱਗ ਜਾਂਦੀਆਂ, ਹੌਸਲਾ ਅਫਜ਼ਾਈ ਹੁੰਦੀ ਆ। ਪਰ ਉਹ ਕੁਛ ਲੋਕ ਹੁੰਦੇ ਆ, ਉਹਨਾਂ ਨਾਲ ਉਹ ਬੈਠ ਵੀ ਨਹੀਂ ਸਕਦੇ ਆਪਣੇ ਨਾਲ, ਤੇ ਆਪਾਂ ਬਿਠਾ ਲੈਣਾ ਵੀ ਨਹੀਂ ਚਾਹੁੰਦੇ। ਕੋਈ ਨਹੀਂ, ਉਹ ਵੀ ਆਪਣਾ ਰਾਂਝਾ ਰਾਜੀ ਰੱਖਣ। ਜੇ ਉਹਨਾਂ ਦੀ ਭਾਫ ਇੱਦਾਂ ਨਿਕਲਦੀ ਵੀ ਉਹਦਾ ਸਿੱਧਾ ਤਾਂ ਕੋਈ ਕਹਿ ਨਹੀਂ ਸਕਦਾ ਆ ਕੇ, ਤੇ ਕਹਾਉਣਾ ਵੀ ਕਾਹਦੇ ਲਈ ਆ ਆਪਾਂ। ਪਰ ਇੰਨਾ ਸੋਸ਼ਲ ਮੀਡੀਆ ਦੇ ਤੁਸੀਂ ਕਦੀ ਇਹ ਸੋਚਿਆ ਮੈਂ ਬੰਦ ਕਰ ਦੇਣਾ? ਸੋਸ਼ਲ ਮੀਡੀਆ ਐਡਾ ਦੁਖੀ ਕਰਦਾ, ਮਿੰਟੋ ਮਿੰਟੀ ਕਿਸੇ ਨੇ ਵੀਡੀਓ ਬਣਾ ਦੇਣੀ, ਕੋਈ ਹੈਡਲਾਈਨ ਪਾ ਦਿੰਦਾ, ਕੋਈ ਕੁਛ ਪਾ ਦਿੰਦਾ। ਇੱਕ ਟਾਈਮ ਤੇ ਐ ਨਹੀਂ ਹੋਇਆ ਕਰੋ ਸਾਰਾ ਕੁਛ ਬੰਦ ਤੇ ਬਸ? ਜੈਸਮੀਨ ਜੀ, ਤੁਸੀਂ, ਮੈਂ ਸੌਰੀ ਆ, ਜਦੋਂ ਮੈਨੂੰ ਨਾ ਉਹਨਾਂ ਨੂੰ ਪਤਾ ਜਿਹੜੇ ਮੇਰੇ ਨਾਲ ਕੋਈ ਗੱਲ, ਮੈਨੂੰ ਕੋਈ ਗਲਤ ਕਹਿੰਦਾ, ਮੈਂ ਉਦੋਂ 10 ਗੁਣੀ ਭਾਰੀ ਕੱਢ ਕੇ, ਜੇ ਮੈਨੂੰ ਕੋਈ ਗਾਲ ਕੱਢਦਾ ਤਾਂ ਉਦੋਂ 10 ਗੁਣੀ ਭਾਰੀ ਗਾਲ ਕੱਢਦਾ ਆ। ਮੇਰਾ ਆਪਣਾ ਬੋਡੀ ਵੇਟ ਫਿਰ ਮੈਨੂੰ ਪਤਾ ਨਾ, ਤੇ ਆਮ ਸੌਰੀ, ਮੈਂ ਹੁਣ ਇੱਥੇ ਕਹਿ ਨਹੀਂ ਸਕਦਾ। ਜੇ ਮੈਨੂੰ ਕੋਈ ਇੱਦਾਂ ਕਹਿੰਦਾ ਤਾਂ ਮੈਂ ਕਿੱਥੇ ਤੱਕ ਚੱਲ ਜਾਣਾ। ਗੀਤਾਂ ਦੀ ਗੱਲ ਕਰ ਰਹੀ ਹੁਣ, ਇੱਕ ਟਾਈਮ ਤੇ ਤੁਹਾਨੂੰ ਕਿਹਾ ਜਾ ਰਿਹਾ ਸੀ ਵੀ ਇਹ ਦੇਖੋ ਜੀ ਸਿੱਖੀ ਦਾ ਨੁਕਸਾਨ ਕਰ ਰਹੇ ਨੇ, ਕੀ ਕਰ ਰਹੇ ਨੇ। ਹੁਣ ਜਿਹੜੇ ਗੀਤ ਨੇ, ਜਿਹੜੇ ਹੁਣ ਅਸੀਂ ਦੇਖਦੇ, ਉਹ ਜੇ ਹੁਣ 2-4 ਬੰਦਿਆਂ ਨੇ ਕਿਹਾ, ਆਪਾਂ ਉਹਨਾਂ ਨੂੰ ਖੁਸ਼ ਕਰਨ ਤੇ ਲੱਗ ਗਏ। ਮੈਂ ਕਿਹਾ ਲੈ ਵੀ, ਜੇ ਤੁਹਾਨੂੰ ਮੇਰੇ ਸ਼੍ਰੀ ਸਾਹਿਬ ਪਾਇਆ ਦਾੜੀ ਪਸੰਦ ਨਹੀਂ, ਤੇ ਭਾਈ ਆ ਮਹਾਰਾਜ ਵੀ ਮੈਂ ਤੁਹਾਡੇ ਤੋਂ, ਜੇ ਤੁਹਾਨੂੰ ਐਂ ਹੀ ਲੱਗਦਾ ਵੀ ਦਾੜੀ ਰੱਖ ਕੇ ਸ਼੍ਰੀ ਸਾਹਿਬ ਪਾ ਕੇ ਮੈਂ ਭੇਖੀ ਆ, ਤੇ ਮੈਂ ਆਪਣੇ ਬੱਚਿਆਂ, ਬਸ ਉਹ ਮੇਰੀ ਇੰਟਰਵਿਊ 'ਚ ਇੱਕੋ ਹੀ ਗੱਲ ਆ ਕੜਾਕੇਦਾਰ, ਵੀ ਮੇਰੇ ਬੱਚੇ ਕੀ ਕਹਿਣਗੇ, ਸਾਡਾ ਭੇਖੀ ਆ। ਮੈਂ ਕਿਹਾ ਵੀ ਜੇ ਮੈਂ ਹੁਣ ਇਹ ਗੁਰੂ ਮਹਾਰਾਜ ਦਾ ਆਪੇ ਹੀ ਉਹ ਜਾਣਦੇ ਵੀ ਮੈਂ ਕਿੰਨਾ ਕੁ ਚੰਗਾ, ਕਿੰਨਾ ਕੁ ਮਾੜਾ, ਹੈ ਨਾ, ਤੇ ਮੈਂ ਸ਼੍ਰੀ ਸਾਹਿਬ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਰੱਖ ਦਿੱਤਾ। ਤੇ ਮੈਂ ਕਿਹਾ ਵੀ ਠੀਕ ਆ ਭਾਈ, ਜੇ ਉਹਨਾਂ ਨੂੰ ਨਹੀਂ ਚੰਗਾ ਲੱਗਦਾ, ਕੋਈ ਆਇਆ ਨਹੀਂ ਸਮਝਾਉਣ ਲਈ, ਕਹਿਣ ਲਈ ਨਹੀਂ ਆਇਆ, ਤੇ ਫਿਰ ਕੀ ਚਾਹੁੰਦੇ ਸੀ ਕੋਈ ਆਵੇ, ਕੋਈ ਸਮਝਾਵੇ, ਕਿ ਕੋਈ ਬਿਠਾ ਕੇ ਦੱਸੇ? ਟਰਾਈ ਕੀਤੀ ਦੋ ਬੰਦੇ ਨੂੰ, ਕਹਿੰਦੇ ਜੀ ਤੁਸੀਂ ਚੁੱਪ ਕਰੋ। ਮੈਂ ਕਿਹਾ ਮੈਂ ਇਹਨਾਂ ਦਾ ਦੇਣਾ ਕੁਛ, ਹੈ ਨਾ, ਵੀ ਚੁੱਪ ਕਾਹਤੋਂ ਰਹੀਏ? ਕਿਹੜੀ ਗੱਲ ਆ ਵੀ ਜਾਂ ਤਾਂ ਭੇਖ ਪੁਣਾ ਦਿਖਾ ਲਓ ਤਾਂ ਵੀ ਕਿਹੜਾ ਕੀ ਕਰ ਦਿੱਤਾ ਨਾ। ਨਾਲੇ ਫਿਰ ਜੇ ਮੈਂ ਇਹ ਸੋਚਿਆ ਵੀ ਲੜਾਈ ਨਾਲੋਂ ਬੈਟਰ ਆ ਵੀ ਜੇ ਇਹਨਾਂ ਨੂੰ ਭੇਖੀ ਲੱਗਦਾ ਮੈਂ, ਤੇ ਫਿਰ ਮੈਂ ਕਾਹਤੋਂ ਭੇਖ ਪੁਣੇ 'ਚ ਰਹਿਣਾ? ਵੀ ਹੋ ਸਕਦਾ ਵੀ ਮੈਂ ਸੱਚੀ ਬੰਦਾ ਭੇਖੀ ਹੋਵਾਂ, ਤੇ ਮੈਂ ਇਹ ਕਾਹਤੋਂ ਇਹ ਚੀਜ਼ ਕਰਨੀ ਆ। ਤੇ ਤੁਸੀਂ ਨਾਲ ਇੱਕ ਵਾਰ ਕਿਹਾ ਵੀ ਸੀ ਵੀ ਦੇਖੋ ਮੈਂ ਇਨਸਾਨ ਆ, ਵੀ ਤੁਸੀਂ ਮੈਨੂੰ ਸਿਰਫ ਧਾਰਮਿਕ ਨਾ ਦੇਖੋ, ਇਨਸਾਨ ਆ ਮੈਂ, ਮੇਰੇ 'ਚ ਸਾਰਾ ਕੁਛ ਹੀ ਹੈ ਨਾ। ਜੇ ਮੈਂ ਇਸ ਪਾਸੇ ਆ ਵੀ ਮੈਂ ਮਹਾਰਾਜ ਦੀ ਹਜ਼ੂਰੀ 'ਚ ਜਾਣਾ ਆ, ਉਦੋਂ ਮੈਂ ਗੀਤ ਵੀ ਗਾਉਣਾ। ਮੈਂ ਇੱਕ ਜਿੱਦਾਂ ਬੰਦੇ ਦੀ ਪਰਸਨੈਲਿਟੀ ਹੁੰਦੀ ਹੈ, ਸਾਰੇ ਕੁਛ ਹੁੰਦਾ, ਤੁਹਾਨੂੰ ਜੱਜ ਕਰਨਾ ਸ਼ੁਰੂ ਕੀਤਾ। ਆਪਾਂ ਇਸ ਕਰਕੇ ਨਹੀਂ ਕਰਦੇ ਵੀ ਮੈਂ ਕੋਈ ਆਸਾਨ ਆ ਕਿਸੇ ਤੇ, ਮੈਂ ਹੀ ਅੰਮ੍ਰਿਤ ਛਕਿਆ ਸੀ, ਮੈਂ ਹੀ ਤਿਆਗਿਆ, ਠੀਕ ਨਹੀਂ। ਵੀ ਜੇ ਮੈਨੂੰ ਕਿ ਲੋਕਾਂ ਨੂੰ ਨਹੀਂ ਚੰਗਾ ਲੱਗਾ, ਵੀ ਹੋ ਸਕਦਾ ਉਹਨਾਂ ਨੂੰ ਲੱਗਦਾ ਹੋਵੇ ਵੀ ਯਾਰ ਇਹ ਬੰਦਾ ਸਹੀ ਨਹੀਂ ਗਾ, ਤੇ ਆਪਾਂ ਉਹਨਾਂ ਨੂੰ ਖੁਸ਼ ਕਰ ਦਿੱਤਾ, ਹੈ ਨਾ। ਇੱਦਾਂ ਤਾਂ ਨਹੀਂ ਹੋ ਸਕਦਾ ਵੀ ਮੈਨੂੰ ਭਜਾ ਲੈਣ, ਮੈਂ ਵੀ ਤਾਂ ਭਜਾਉਣਾ ਹੀ ਆ ਮੋਰੇ। ਇਹ ਗੱਲ ਵੀ ਹੈ। ਤੇ ਹੁਣ ਤੁਸੀਂ ਭਜਾ ਕੇ ਦੇਖਣ ਲੱਗੇ ਹੋ ਆਪਣੇ ਨਵੇਂ ਗੀਤਾਂ ਦੇ ਨਾਲ? ਗੀਤ ਤਾਂ ਆਪਾਂ ਕਰਨੀ ਆ ਜੀ, ਉਹ ਤਾਂ ਹੁਣ ਵਿਹਲਾ ਬੈਠਾ ਬੰਦਾ। ਤੁਸੀਂ ਦੱਸੋ ਜੀ ਮੈਨੂੰ ਜੈਸਮੀਨ ਜੀ, ਤੁਸੀਂ ਇੰਨਾ ਤੁਸੀਂ ਹੁਣ ਹੈਗੇ, ਤੁਹਾਡੇ ਕੋਲ ਕਿੰਨੀਆਂ ਸੈਲੇਬ੍ਰਿਟੀਜ਼ ਆਉਂਦੀਆਂ ਇੱਥੇ ਇੰਟਰਵਿਊਜ਼ ਲਈ, ਤੁਹਾਡਾ ਕਿੰਨਾ ਇਹ ਸਾਰਾ ਸਿਸਟਮ ਆ, ਕਿੰਨੇ ਸੈਲੇਬ੍ਰਿਟੀਜ਼ ਹੋਰ ਆਉਂਦੀਆਂ ਹੈਗੀਆਂ ਆ, ਵੀ ਤੁਸੀਂ ਇੱਕਦਮ ਇਹਨੂੰ ਛੱਡ ਕੇ ਘਰ ਬਹਿ ਜਾਓ ਜੀ, ਬੰਦਾ ਡਿਪਰੈਸ਼ਨ ਨਾਲ ਹੀ ਮਰ ਜਾਂਦਾ। ਜੀ ਬਿਲਕੁਲ। ਤੇ ਫਿਰ ਪੁੱਛਣ ਨਹੀਂ ਆਉਣਾ ਬੰਦਾ, ਕੋਈ ਨਹੀਂ ਯਾਰ ਤੂੰ ਤੁਰਿਆ ਫਿਰਿਆ ਕਰ। ਹੁਣ ਜਿਹੜਾ ਅਸਲੀ ਬਿਮਾਰੀ ਹੋਣੀ, ਦੁੱਖ, ਉਹ ਤਾਂ ਕਿਸੇ ਨੇ ਦੱਸਣੀ ਨਹੀਂ, ਨਾ ਲੱਭਣੀ, ਤੇ
ਉਹਨੂੰ ਆਪਾਂ ਲੋਕਾਂ ਨੂੰ ਸਮਝਾਉਣ ਵਾਲਿਆਂ 'ਚ ਆ ਹੂੰ ਹਨਾ, ਤੇ ਆਪਾਂ ਆਪ ਹੀ ਸਮਝ ਗਏ। ਜੇ ਕੋਈ ਨਹੀਂ ਸਮਝਾਉਣ ਆਇਆ ਆਪਾਂ ਆਪ ਹੀ ਸਾਰਾ ਕੁਝ ਸਮਝਾ ਲਿਆ ਆਪਣੇ ਮਨ ਨੂੰ। ਫਿਰ ਉਹ ਸੇਮ ਕੇਐਸ ਮੱਖਣ ਸਟਾਈਲ ਦੁਬਾਰਾ ਵਾਪਸ ਆ ਰਿਹਾ? ਟਰਾਈ ਤਾਂ ਹੈਗੀ, ਬਾਕੀ ਮਹਾਰਾਜ ਜਾਣਦਾ, ਤੇ ਆਪਣੇ ਵੱਲੋਂ ਤਾਂ ਪੂਰਾ ਜ਼ੋਰ ਹੈ ਜੀ। ਅੱਛਾ, ਸੋ ਗੀਤ ਦੁਬਾਰਾ ਤੋਂ ਸਾਰਾ ਲਾਈਨਡ ਅਪ ਹੈ ਕਿ ਐਲਬਮ ਤਿਆਰ ਹੈ ਪੂਰੀ, ਸਾਰਾ ਕੁਝ? ਐਲਬਮ ਨਹੀਂ, ਮੈਂ ਆਪਾਂ ਕਾਪੀ ਨਹੀਂ ਕਿਸੇ ਦੀ ਕਰਨੀ, ਕਾਪੀ ਤਾਂ ਆਪਾਂ ਹੀ ਕਰਵਾਈ ਆ। ਅੱਛਾ, ਮੈਨੂੰ ਇੱਕ ਗੱਲ ਦੱਸੋ, ਜਦੋਂ ਹੁਣ ਤੁਸੀਂ ਕਿਤੇ ਵਿਆਹਾਂ ਤੇ ਜਾਂਦੇ ਹੋ, ਪਬਲਿਕ ਅਪੀਅਰੈਂਸ ਹੁੰਦੀ ਹੈ, ਲੋਕੀ ਬੁਲਾਉਂਦੇ ਹੈ ਨਾ, ਫੋਟੋ ਵੀ ਤੁਹਾਡੇ ਨਾਲ ਬਹੁਤ ਖਿਚਵਾਉਂਦੇ। ਮੈਂ ਹੁਣੇ ਦੇਖ ਰਹੀ ਸੀ ਬੱਬੂ ਮਾਨ ਭਾਜੀ ਹੁਣਾਂ ਨਾਲ ਤੁਹਾਡੀ ਬੜੀਆਂ ਫੋਟੋਆਂ, ਜਵਾਕ ਵੀ ਆ ਕੇ ਸਾਰੇ ਜਿਹੜੇ ਨਾ ਫੋਟੋਆਂ ਖਿਚਾਉਂਦੇ। ਪਹਿਲੀ ਚੀਜ਼ ਜਿਹੜਾ ਕੋਈ ਪੁੱਛਦਾ ਤੁਹਾਨੂੰ ਫੋਟੋ ਖਿੱਚਦੇ ਹੋਏ, ਉਹ ਕਿਹੜਾ ਸਵਾਲ ਕਰਦਾ? ਕਿਉਂਕਿ ਹੁਣ ਕਈਆਂ ਨੂੰ ਇੱਕਦਮ ਐਂ ਲੱਗਦਾ ਵੀ ਦੇਖ ਕੇ ਅੱਛਾ ਇਹ ਕੇਐਸ ਮੱਖਣ ਜੀ ਨੇ, ਤੇ ਕਿਹੜਾ ਪਹਿਲਾ ਸਵਾਲ ਹੈ ਜਿਹੜਾ ਆਉਂਦਾ ਹੁਣ? ਪਹਿਲਾ ਇਹ ਬੱਲੇ ਭਾਜੀ ਉਹ ਚੱਕ ਦਾ ਕੰਮ ਇੱਦਾਂ ਹੈ ਨਾ, ਉਹ ਬੱਲੇ ਭਾਜੀ ਬਸ ਇੱਦਾਂ ਹੀ ਬਸ। ਉਹਨਾਂ ਹੁਣ ਦੇਖੋ ਵੀ ਹੁਣ ਇਹ ਥੋੜ੍ਹਾ ਵੀ ਆਪਾਂ ਜਦੋਂ ਜੇ ਕੋਈ ਗਾਲ ਕੱਢਦਾ ਉਦੋਂ ਤਾਂ ਆਪਾਂ ਡਿਸਟਰਬ ਹੁੰਦੇ, ਜੇ ਹੁਣ ਬੱਲੇ ਕਹਿੰਦਾ ਫਿਰ ਖੁਸ਼ ਤਾਂ ਹੋਣਾ ਹੀ ਪੈਣਾ। ਇਹ ਤਾਂ ਹੈ, ਸਿੱਧੀ ਗੱਲ ਆ। ਫਿਰ ਚਾਅ ਚੜ੍ਹ ਜਾਂਦਾ, ਫਿਰ ਮਨ ਖੁਸ਼ ਹੋ ਜਾਂਦਾ। ਫਿਰ ਹੁਣ ਬੱਲੇ ਬੱਲੇ ਗੀਤਾਂ ਰਾਹੀਂ ਵੀ ਕਰਵਾਵਾਂਗੇ। ਬਿਲਕੁਲ। ਤੇ ਇੱਕ ਆਖਰੀ ਸਵਾਲ ਪੁੱਛਣਾ ਚਾਹੁੰਦੀ ਵੀ ਨਵੇਂ ਕਲਾਕਾਰਾਂ ਨਾਲ ਤੁਸੀਂ ਕੰਮ ਹੋ ਜੇ ਕੁਝ ਕੋਲੈਬੋਰੇਟ ਕੁਝ ਕਰਨਾ ਚਾਹੁੰਦੇ ਹੋ? ਨਹੀਂ, ਨਵਿਆਂ ਨਾਲ ਮੈਨੂੰ ਬਹੁਤ ਜਿਹੜੇ ਨਵੇਂ ਮੇਰੇ ਜੁੜਦੇ ਆ, ਮੈਨੂੰ ਉਹ ਕਈ ਵਾਰੀ ਕਹਿੰਦੇ ਆ। ਪਹਿਲੀ ਗੱਲ ਤਾਂ ਮੈਂ ਜਿਹੜੇ ਨਵੇਂ ਸਿੰਗਰ ਆ ਸਾਰਿਆਂ ਲਈ ਗੁੱਡ ਲੱਕ, ਗੁੱਡ ਵਿਸ਼ੇਜ। ਬਾਕੀ ਉਹਨਾਂ ਨੇ ਕਿੰਨਾ ਲੈਂਥੀ ਚੱਲਣਾ ਆ, ਕਿੰਨਾ ਨਹੀਂ ਚੱਲਣਾ। ਬੜੇ ਆਏ ਖੋਰੀ ਦੀ ਅੱਗ ਵਾਂਗੂ, ਕਈਆਂ ਨੇ ਪੜਾਕਾ ਵੀ ਮਾਰਿਆ, ਗੀਤ ਵੀ ਹਿੱਟ ਹੋਏ। ਮੈਂ ਬੜਾ ਗੱਲ ਕਰਦਾ, ਮੈਂ ਉਹਨਾਂ ਲਈ ਵੀ ਗੁੱਡ ਲੱਕ ਆ ਵੀ ਉਹ ਦੁਬਾਰਾ ਸਥਿਰ ਹੋ ਕੇ ਬੜੇ ਠਰਮੇ ਨਾਲ ਮਾਰਕੀਟ 'ਚ ਆਉਣ। ਕਈਆਂ ਦੇ ਗੀਤ ਬਹੁਤ ਹਿੱਟ ਹੋਏ, ਸਿੰਗਰਾਂ ਦਾ ਨਹੀਂ ਪਤਾ। ਹੁਣ ਜਿਹੜੇ ਨਵੇਂ ਮੁੰਡੇ ਆਪਾਂ ਉੱਥੇ ਪੁਆਇੰਟ ਤੇ ਆਉਂਦੇ ਆ, ਕੋਲੈਬੋਰੇਸ਼ਨ। ਫਿਰ ਮੈਨੂੰ ਆਪਣੇ ਪਾਣੀ ਦਾ ਦੁਬਾਰਾ ਨਹੀਂ ਪਤਾ ਲੱਗਣਾ ਨਾ ਵੀ ਮੈਂ ਕਿੱਥੇ ਸਟੈਂਡ ਕਰਦਾ। ਹੁਣ ਮੈਂ ਕਿਸੇ ਦਾ ਨਵੇਂ ਮੁੰਡੇ ਆ ਜਿੰਨਾ ਮਰਜ਼ੀ ਆਪਾਂ ਗੀਤ, ਇਹ ਨਹੀਂ ਵੀ ਧੱਕੇ ਨਾਲ ਰਿਕੁਐਸਟ ਕਰ ਸਕਦੇ, ਉਹ ਆਪਣੇ ਹੀ ਆ, ਸਾਰੇ ਮਿੱਤਰ ਆ, ਜੂਨੀਅਰ ਆ, ਤੇ ਉਹਨਾਂ ਨੇ ਕਿਸੇ ਨਾਲ ਵੀ ਮੈਂ ਗੀਤ ਕਰ ਸਕਦਾ। ਸੀਨੀਅਰ ਨਾਲ ਵੀ, ਕਿਸੇ ਨਾਲ ਵੀ ਜਾ ਕੇ ਮੈਂ ਕਹਾਂ ਮੈਨੂੰ ਨਾ ਨਹੀਂ ਕਿਸੇ ਨੇ ਕਰਨੀ। ਤੇ ਪਰ ਫਿਰ ਮੈਂ ਤਾਂ ਰੁਕ ਗਿਆ ਵੀ ਮੈਂ ਆਪਣੇ ਆਪ ਨੂੰ ਚੈੱਕ ਕਰਾਂ ਵੀ ਉਹ ਨਹੀਂ ਮੈਂ ਚਾਹੁੰਦਾ ਵੀ ਉਹਨਾਂ ਵੀ ਗਲਤ ਗੱਲ ਹੈਗੀ ਵੀ ਮੈਂ ਉਹਨਾਂ ਨਾਲ ਗੀਤ ਨਹੀਂ ਕਰਨਾ ਜਾਂ ਮੈਨੂੰ ਬਹੁਤ ਹਕਾਰ ਆ ਦਿਸ ਐਂਡ ਦੈਟ। ਨੋ, ਮੈਂ ਚਾਹੁੰਦਾ ਵੀ ਮੈਨੂੰ ਆਪਣੀ ਮਾਰਕੀਟ ਦਾ ਹੀ ਪਤਾ ਲੱਗੇ। ਮੈਂ ਦੁਬਾਰਾ ਜਦੋਂ ਆ ਰਿਹਾ ਮੈਂ ਕਿੱਥੇ ਸਟੈਂਡ ਕਰਦਾ, ਨਹੀਂ ਫਿਰ ਮੈਂ ਉਹਲੇ 'ਚ ਰਹਿ ਜਾਊਂਗਾ ਨਾ। ਅਸੀਂ ਵੀ ਉਮੀਦ ਕਰਦੇ ਤੁਹਾਡੇ ਆਉਣ ਵਾਲੇ ਗੀਤ ਜਿਹੜੇ ਨੇ ਜਿੱਦਾਂ ਪਹਿਲਾਂ ਸੀ ਉੱਦਾਂ ਹੀ ਹਿੱਟ ਹੋਣ ਸਾਰੇ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਟਾਈਮ ਕੱਢਿਆ ਆ ਕੇ ਤੇ ਤੁਸੀਂ ਇੰਟਰਵਿਊ ਤੇ ਸਾਡੇ ਨਾਲ ਗੱਲਬਾਤ ਕੀਤੀ। ਥੈਂਕ ਯੂ ਜੈਸਮੀਨ ਜੀ। ਕਨੈਕਟ FM ਦੇ ਸਾਰੇ ਹੀ ਸੁਣਨ ਤੇ ਦੇਖਣ ਵਾਲਿਆਂ ਨੂੰ ਇੱਕ ਵਾਰ ਫੇਰ ਕੇਐਸ ਮੱਖਣ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਬੋਲਦਿਆਂ ਕੋਲੋਂ ਕੋਈ ਸ਼ਬਦ ਗਲਤ ਬੋਲ ਹੋ ਗਿਆ ਹੋਵੇ ਤਾਂ ਮਾਫ਼ ਕਰਨਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਜੀ।